ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ ਟੂ ਟੁਡੇਜ਼ ਵੀਡੀਓ। ਆਈ ਹੋਪ ਯੂ ਗਾਇਜ਼ ਆਰ ਡੂਇੰਗ ਵੈਲ। ਤਾਂ ਇਹ ਸਾਡੀ ਪ੍ਰੋਕ੍ਰੈਸਟੀਨੇਸ਼ਨ ਯਾਨੀ ਕੰਮ ਨੂੰ ਟਾਲਣ ਦੀ ਆਦਤ ਦੀ ਸੀਰੀਜ਼ ਦੀ ਦੂਸਰੀ ਵੀਡੀਓ ਹੈ। ਜੇ ਤੁਸੀਂ ਪਹਿਲੀ ਵੀਡੀਓ ਨਹੀਂ ਦੇਖੀ ਤਾਂ ਪਲੀਜ਼ ਉਸ ਵੀਡੀਓ ਨੂੰ ਦੇਖ ਲਓ ਤਾਂ ਤੁਹਾਨੂੰ ਅੱਜ ਦੀ ਗੱਲਬਾਤ ਜਿਹੜੀ ਹੈ ਬੈਟਰ ਸਮਝ ਆਵੇਗੀ। ਤਾਂ ਜਿਵੇਂ ਕਿ ਮੈਂ ਵਾਅਦਾ ਕੀਤਾ ਸੀ, ਅਸੀਂ ਅੱਜ ਗੱਲ ਕਰਾਂਗੇ ਫਿਜ਼ੀਕਲ ਲੇਅਰ ਬਾਰੇ। ਪ੍ਰੋਕ੍ਰੈਸਟੀਨੇਸ਼ਨ ਦੀ ਜਿਹੜੀ ਸਭ ਤੋਂ ਘੱਟ ਡੂੰਘੀ ਜੜ ਹੈ, ਠੀਕ ਹੈ, ਡੂੰਘੀਆਂ ਜੜ੍ਹਾਂ ਅਗਲੀ ਵੀਡੀਓਜ਼ 'ਚ ਆਉਣਗੀਆਂ, ਇਮੋਸ਼ਨਲ ਤੇ ਡਿਸੀਜਨ ਮੇਕਿੰਗ ਲੇਅਰ। ਲੇਕਿਨ ਜੋ ਸਭ ਤੋਂ ਘੱਟ ਡੂੰਘੀ ਜੜ ਹੈ, ਸਭ ਤੋਂ ਟੌਪ ਦੀ ਜੜ ਹੈ, ਜਿੱਥੇ ਅਸੀਂ ਜਲਦੀ ਪਹੁੰਚ ਸਕਦੇ ਹਾਂ, ਉਹ ਹੈ ਫਿਜ਼ੀਕਲ ਲੇਅਰ। ਫਿਜ਼ੀਕਲ ਕਾਰਨ ਪ੍ਰੋਕ੍ਰੈਸਟੀਨੇਸ਼ਨ ਦੇ। ਤਾਂ ਅੱਜ ਦੀ ਵੀਡੀਓ 'ਚ ਅਸੀਂ ਇਹਦੇ ਬਾਰੇ ਗੱਲ ਹੁਣ ਕਰਨ ਜਾ ਰਹੇ ਹਾਂ। ਲੇਕਿਨ ਉਸ ਤੋਂ ਪਹਿਲਾਂ, ਜਦੋਂ ਮੈਂ ਕੱਲ੍ਹ ਦੀ ਵੀਡੀਓ ਰਿਕਾਰਡ ਕੀਤੀ ਸੀ, ਉਸ ਤੋਂ ਬਾਅਦ ਮੈਨੂੰ ਰੀਅਲਾਈਜ਼ ਹੋਇਆ ਕਿ ਇੱਕ ਬੜੀ ਇੰਪੋਰਟੈਂਟ ਗੱਲ ਮੈਂ ਤੁਹਾਡੇ ਨਾਲ ਕਰਨੀ ਭੁੱਲ ਗਿਆ। ਅਤੇ ਉਹ ਗੱਲ ਇਹ ਹੈ ਕਿ ਇਹ ਪਤਾ ਹੋਣਾ ਕਿ ਪ੍ਰੋਕ੍ਰੈਸਟੀਨੇਸ਼ਨ ਦੀ ਸਮੱਸਿਆ ਦੀ ਜੜ ਕੀ ਹੈ, ਇਹ ਪਤਾ ਹੋਣਾ ਕਿ ਇਹਨੂੰ ਹੱਲ ਕਰਨ ਦਾ ਸਹੀ ਤਰੀਕਾ ਕੀ ਹੈ, ਚੰਗੀ ਗੱਲ ਹੈ ਅਤੇ ਅਸੀਂ ਇਹੀ ਜਾਣਾਂਗੇ। ਲੇਕਿਨ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਪ੍ਰੋਕ੍ਰੈਸਟੀਨੇਸ਼ਨ ਦੀ ਸਮੱਸਿਆ ਦਾ ਹੱਲ ਕੀ ਨਹੀਂ ਹੈ, ਮਾੜੇ ਹੱਲ ਕੀ ਨੇ, ਇੱਦਾਂ ਦੇ ਹੱਲ ਕੀ ਨੇ ਜੋ ਤੁਹਾਡੀ ਸਿਰਫ ਐਨਰਜੀ ਵੇਸਟ ਕਰਨਗੇ ਅਤੇ ਉਹਦੇ ਨਾਲ ਪ੍ਰੋਕ੍ਰੈਸਟੀਨੇਸ਼ਨ ਦਾ ਹੱਲ ਨਹੀਂ ਹੁੰਦਾ। ਤਾਂ ਇਹਦੇ ਅੰਦਰ ਮੇਨਲੀ ਗੱਲ ਆਉਂਦੀ ਹੈ ਇੱਛਾ ਸ਼ਕਤੀ ਦੀ। ਤੁਸੀਂ ਜਦੋਂ ਆਪਣੇ ਲੈਵਲ 'ਤੇ ਪ੍ਰੋਕ੍ਰੈਸਟੀਨੇਸ਼ਨ ਦੀ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੋਣੀ, ਤਾਂ ਤੁਸੀਂ ਮੋਸਟ ਪ੍ਰੋਬੇਬਲੀ ਬਸ ਧੱਕਾ ਕਰਕੇ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੋਣੀ ਇੱਛਾ ਸ਼ਕਤੀ ਨਾਲ, ਕਿ ਮਤਲਬ ਖੁਦ ਨੂੰ ਪੂਰਾ ਹਾਈਪ ਕਰਕੇ ਕਿ ਐਤਕੀ ਵਾਰ ਮੈਂ ਟਾਈਮ ਟੇਬਲ ਬਣਾਊਂਗਾ, ਟਾਈਮ ਟੇਬਲ ਦੇ ਅਨੁਸਾਰ ਚੱਲੂੰਗਾ। ਐਂਡ ਤੁਸੀਂ ਕੁਝ ਦਿਨ ਚੱਲੇ ਵੀ, ਲੇਕਿਨ ਫਿਰ ਤੁਹਾਡੀ ਇੱਛਾ ਸ਼ਕਤੀ ਜਵਾਬ ਦੇ ਗਈ। ਜੇ ਤੁਸੀਂ ਕਿਸੇ ਨਾਲ ਆਪਣੀ ਸਮੱਸਿਆ ਸ਼ੇਅਰ ਕੀਤੀ ਹੋਵੇ, ਕਾਫੀ ਚਾਂਸਿਸ ਇਹੀ ਹੈ ਕਿ ਉਸ ਇਨਸਾਨ ਨੇ ਤੁਹਾਨੂੰ ਮੋਟੀਵੇਟ ਕੀਤਾ ਹੋਣਾ ਬਸ। ਤਾਂ ਸੌਰਟ ਆਫ ਮੋਟੀਵੇਸ਼ਨ ਦੀ ਜਦੋਂ ਮੈਂ ਗੱਲ ਕਰ ਰਿਹਾ, ਤਾਂ ਉਹੀ ਜਿਵੇਂ ਰਿਲਾਇੰਸ ਵਾਲੇ ਕਹਿੰਦੇ ਸੀ ਕਰ ਲਓ ਦੁਨੀਆ ਮੁੱਠੀ ਮੇਂ, ਜਾਂ ਮਾਊਂਟੇਨ ਡਿਊ ਵਾਲੇ ਕਹਿੰਦੇ ਆ ਕਿ ਡਰ ਕੇ ਆਗੇ ਜੀ। ਤਾਂ ਉਸ ਕਿਸਮ ਦੀ ਮੋਟੀਵੇਸ਼ਨ ਜੋ ਤੁਹਾਨੂੰ ਜੋਸ਼ ਨਾ ਭਰ ਦੇ। ਦੇਖੋ, ਪ੍ਰੋਕ੍ਰੈਸਟੀਨੇਸ਼ਨ ਨਾਲ ਜਿੱਤ ਹਾਸਿਲ ਕਰਨ ਦਾ ਜਿਹੜਾ ਸਫ਼ਰ ਹੈ, ਇਹਦੇ ਅੰਦਰ ਜੋਸ਼ ਹੋਣਾ ਓਬਵੀਅਸਲੀ ਥੋੜ੍ਹਾ ਬਹੁਤ ਜ਼ਰੂਰੀ ਹੈ। ਤੁਹਾਡੇ ਅੰਦਰ ਇੱਛਾ ਸ਼ਕਤੀ ਵੀ ਹੋਣੀ ਚਾਹੀਦੀ ਹੈ ਵੀ ਤੁਸੀਂ ਇਹਦਾ ਹੱਲ ਕਰਨਾ ਚਾਹੁੰਦੇ ਹੋ। ਲੇਕਿਨ ਇੱਛਾ ਸ਼ਕਤੀ ਜਾਂ ਜੋਸ਼ ਦੀ ਕਮੀ ਨਾ ਤਾਂ ਇਹਦਾ ਕਾਰਨ ਹੈ, ਅਤੇ ਇੱਛਾ ਸ਼ਕਤੀ ਜਾਂ ਜੋਸ਼ ਨਾਲ ਨਾ ਇਹਦਾ ਹੱਲ ਕੱਢਿਆ ਜਾ ਸਕਦਾ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਰਾਹੀਂ ਸਮਝਾਉਣਾ। ਮੰਨ ਲਓ, ਵੈਸੇ ਤਾਂ ਸ਼ਾਇਦ ਮੈਨੂੰ ਐਗਜ਼ਾਮਪਲ ਦੇਣ ਦੀ ਜ਼ਰੂਰਤ ਵੀ ਨਹੀਂ ਹੈ, ਕਿਉਂਕਿ ਬਹੁਤ ਸਾਰੇ ਲੋਕ ਤੁਹਾਡੇ 'ਚੋਂ ਆਲਰੇਡੀ ਇੱਛਾ ਸ਼ਕਤੀ ਵਾਲਾ ਰਾਹ ਟਰਾਈ ਕਰ ਚੁੱਕੇ ਆ ਅਤੇ ਉਹਦੇ ਨਾਲ ਹੱਲ ਨਹੀਂ ਨਿਕਲਿਆ। ਬਟ ਫਿਰ ਵੀ ਆਪਾਂ ਨੂੰ ਚਾਹੀਦਾ ਕਿ ਇੱਛਾ ਸ਼ਕਤੀ ਪ੍ਰੋਕ੍ਰੈਸਟੀਨੇਸ਼ਨ ਦੀ ਸਮੱਸਿਆ ਵਿੱਚ ਕਿਉਂ ਕੰਮ ਨਹੀਂ ਕਰਦੀ। ਤਾਂ ਇਮੈਜਿਨ ਕਰੋ, ਤੁਸੀਂ ਆਪਣੀ ਕਾਰ 'ਤੇ ਜਾ ਰਹੇ ਹੋ, ਇੱਕ ਸੁਨਸਾਨ ਰਸਤੇ 'ਤੇ ਅਚਾਨਕ ਕਾਰ ਖਰਾਬ ਹੋ ਜਾਂਦੀ ਹੈ, ਉੱਥੇ ਕੋਈ ਵੀ ਨਹੀਂ ਆ ਜਾ ਰਿਹਾ, ਐਂਡ ਤੁਹਾਨੂੰ ਪਤਾ ਹੈ ਕਿ 1 ਕਿਲੋਮੀਟਰ ਦੂਰ ਮਕੈਨਿਕ ਹੈ। ਤਾਂ ਤੁਸੀਂ ਕੀ ਕਰੋਗੇ? ਓਬਵੀਅਸਲੀ ਤੁਸੀਂ ਸੜਕ ਦੇ ਕਿਨਾਰੇ ਬੈਠ ਸਕਦੇ ਹੋ ਐਂਡ ਉਮੀਦ ਕਰ ਸਕਦੇ ਹੋ ਕਿ ਕੋਈ ਨਾ ਕੋਈ ਆ ਜਾਏ ਅਤੇ ਤੁਹਾਡੀ ਮਦਦ ਕਰ ਦੇ। ਨਹੀਂ ਤਾਂ ਦੂਸਰਾ ਆਪਸ਼ਨ ਇਹ ਰਹੂਗਾ, ਜੇ ਤੁਹਾਨੂੰ ਲੱਗਦਾ ਵੀ ਕੋਈ ਵੀ ਨਹੀਂ ਆ ਰਿਹਾ, ਤੁਹਾਨੂੰ ਆਪਣੀ ਮਦਦ ਕਰਨੀ ਪਊਗੀ, ਤਾਂ ਤੁਸੀਂ ਕਾਰ ਨੂੰ ਧੱਕਾ ਲਾਉਣਾ ਸ਼ੁਰੂ ਕਰ ਦੋਗੇ। ਹੁਣ ਇਹ ਧੱਕਾ ਤੁਸੀਂ ਆਪਣੀ ਇੱਛਾ ਸ਼ਕਤੀ ਨਾਲ ਲਾ ਰਹੇ ਹੋ, ਰਾਈਟ? ਅਤੇ ਕਾਰ ਅੱਗੇ ਵੀ ਵਧ ਰਹੀ ਹੈ ਅਤੇ ਹੋ ਸਕਦਾ ਤੁਸੀਂ ਆਪਣੀ ਮੰਜ਼ਿਲ 'ਤੇ ਵੀ ਪਹੁੰਚ ਜਾਓ। ਲੇਕਿਨ ਮੰਨ ਲਓ ਕਿ ਕਾਰ ਦੇ ਹੈਂਡ ਬ੍ਰੇਕ ਲੱਗੇ ਹੋਏ ਆ ਅਤੇ ਤੁਹਾਨੂੰ ਨਹੀਂ ਪਤਾ, ਅਤੇ ਤੁਸੀਂ ਉਸ ਕਾਰ ਨੂੰ ਧੱਕਾ ਲਾਈ ਜਾ ਰਹੇ ਹੋ। ਕੀ ਇਹ ਇੱਕ ਸਿਆਣਪ ਭਰੀ ਚੀਜ਼ ਹੈ? ਕੀ ਧੱਕਾ ਲਾਉਣਾ ਤੁਹਾਡੀ ਸਮੱਸਿਆ ਦਾ ਫੇਰ ਹੱਲ ਹੈ? ਨਹੀਂ। ਪਹਿਲਾਂ ਤੁਹਾਨੂੰ ਕਾਰ ਦੇ ਹੈਂਡ ਬ੍ਰੇਕ ਕੱਢਣੇ ਪੈਣਗੇ, ਫਿਰ ਨਿਊਟਰਲ 'ਚ ਕਰਨਾ ਪਊ, ਫਿਰ ਤੁਸੀਂ ਧੱਕਾ ਲਾਓਗੇ। ਜਦੋਂ ਤੱਕ ਤੁਸੀਂ ਹੈਂਡ ਬ੍ਰੇਕ ਜਾਂ ਉਹਨੂੰ ਨਿਊਟਰਲ ਨਹੀਂ ਕਰੋਗੇ, ਤਾਂ ਤੁਹਾਡਾ ਜਿਹੜਾ ਇੱਛਾ ਸ਼ਕਤੀ ਹੈ, ਜੋ ਤੁਸੀਂ ਧੱਕਾ ਲਾ ਰਹੇ ਹੋ, ਉਹ ਵਿਅਰਥ ਜਾ ਰਹੀ ਹੈ। ਪ੍ਰੋਕ੍ਰੈਸਟੀਨੇਸ਼ਨ ਦੇ ਮਾਮਲੇ 'ਚ ਵੀ ਕੁਛ ਇੱਦਾਂ ਹੀ ਹੁੰਦਾ ਹੈਗਾ। ਪ੍ਰੋਕ੍ਰੈਸਟੀਨੇਸ਼ਨ ਦੇ ਅੰਦਰ ਸਾਡੇ ਦਿਮਾਗ ਦੇ ਅੰਦਰ ਕੁਝ ਬ੍ਰੇਕਾਂ ਲੱਗ ਜਾਂਦੀਆਂ ਨੇ। ਫਿਰ ਜੇ ਅਸੀਂ ਇੱਛਾ ਸ਼ਕਤੀ ਨਾਲ ਉਹਦਾ ਹੱਲ ਕਰਨ ਦੀ ਕੋਸ਼ਿਸ਼ ਕਰੀਏ, ਤਾਂ ਉਹ ਲਗਭਗ ਉਹੀ ਕਹਾਣੀ ਹੁੰਦੀ ਹੈ, ਉਹੀ ਸਥਿਤੀ ਹੁੰਦੀ ਹੈ ਕਿ ਮੈਂ ਕਾਰ ਨੂੰ ਧੱਕਾ ਲਾ ਕੇ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਿਹਾ, ਜੋ ਚੰਗੀ ਚੀਜ਼ ਹੈ, ਮੇਰੇ ਅੰਦਰ ਹੌਸਲਾ ਹੋਣਾ ਚਾਹੀਦਾ। ਲੇਕਿਨ ਮੈਂ ਇਹ ਨਹੀਂ ਦੇਖ ਰਿਹਾ ਕਿ ਹੈਂਡ ਬ੍ਰੇਕ ਲੱਗਿਆ ਹੋਇਆ, ਮੈਂ ਇਹ ਨਹੀਂ ਦੇਖ ਰਿਹਾ ਕਿ ਗੱਡੀ ਨਿਊਟਰਲ ਵਿੱਚ ਨਹੀਂ ਹੈ। ਤਾਂ ਲਗਭਗ ਇਹੀ ਸਿਚੁਏਸ਼ਨ ਹੁੰਦੀ ਹੈ ਪ੍ਰੋਕ੍ਰੈਸਟੀਨੇਸ਼ਨ ਦੀ, ਜੇਕਰ ਤੁਸੀਂ ਸਿਰਫ ਇੱਛਾ ਸ਼ਕਤੀ ਨਾਲ ਇਹਦਾ ਹੱਲ ਕਰਨ ਜਾ ਰਹੇ ਹੋ। ਜਿਹੜੀਆਂ 3 ਲੇਅਰਸ ਦੀ ਗੱਲ ਆਪਾਂ ਕਰਾਂਗੇ, ਉਹ ਇੱਕ ਤਰ੍ਹਾਂ ਤੋਂ ਬਰਾਬਰ ਨੇ ਹੈਂਡ ਬ੍ਰੇਕ ਹਟਾਉਣ ਦੇ। ਉਸ ਤੋਂ ਬਾਅਦ ਤੁਹਾਡੀ ਜਿਹੜੀ ਇੱਛਾ ਸ਼ਕਤੀ ਹੈ, ਉਹ ਤੁਹਾਡੇ ਜ਼ਿਆਦਾ ਕੰਮ ਆਊਗੀ। ਕਹਿਣ ਦਾ ਭਾਵ, ਜੇ ਹੈਂਡ ਬ੍ਰੇਕ ਲੱਗੇ ਹੋਏ ਆ ਅਤੇ ਤੁਹਾਡੇ ਅੰਦਰ ਭਾਵੇਂ ਕਿੰਨਾ ਵੀ ਜ਼ੋਰ ਹੋਵੇ, ਤੁਸੀਂ ਜੇ ਆਪਦਾ 100% ਜ਼ੋਰ ਲਾ ਦੋਗੇ, ਤੁਸੀਂ 10 ਮੀਟਰ ਅੱਗੇ ਲਿਜਾ ਸਕਦੇ ਹੋ ਕਾਰ। ਨਹੀਂ ਤਾਂ ਉਨੇ ਜ਼ੋਰ ਨਾਲ ਤੁਸੀਂ 100 ਮੀਟਰ ਦੂਰ ਲੈ ਜਾਣਾ ਸੀ। ਤਾਂ ਪਹਿਲਾਂ ਆਪਾਂ ਆਪਣੇ ਦਿਮਾਗ ਨੂੰ, ਜੇ ਸ਼ੁੱਧ ਪੰਜਾਬੀ 'ਚ ਕਹੀਏ ਤਾਂ ਰੈਲਾ ਕਰਨਾ, ਠੀਕ ਹੈ? ਜਿਹੜਾ ਕਚਰਾ ਅੰਦਰ ਫਸਿਆ ਹੋਇਆ ਹੈਗਾ,
ਜਿਹੜੀਆਂ ਹੈਂਡ ਬ੍ਰੇਕਾਂ ਲੱਗੀਆਂ ਹੋਈਆਂ, ਪਹਿਲਾਂ ਆਪਾਂ ਉਸ ਨੂੰ ਹਟਾਉਣਾ। ਇੱਛਾ ਸ਼ਕਤੀ ਦਾ ਬੜੀ ਬਾਤ ਦੀ ਕਹਾਣੀ ਹੁੰਦੀ ਹੈ। ਤਾਂ ਆਪਣੇ ਦਿਮਾਗ 'ਚੋਂ ਇਹ ਵਹਿਮ ਕੱਢ ਦਿਓ ਕਿ ਜੇ ਤੁਹਾਨੂੰ ਪ੍ਰੋਕ੍ਰੈਸਟੀਨੇਸ਼ਨ ਦੀ ਸਮੱਸਿਆ, ਤੁਸੀਂ ਵਿਲ ਪਾਵਰ ਨਾਲ ਇਹਦਾ ਹੱਲ ਕਰ ਲਓਗੇ, ਹੋਣ ਨਹੀਂ ਵਾਲਾ। ਅੱਛਾ, ਤਾਂ ਹੁਣ ਅਸੀਂ ਆ ਸਕਦੇ ਹਾਂ ਸਾਡੀ ਅੱਜ ਦੀ ਵੀਡੀਓ ਦੇ ਮੇਨ ਵਿਸ਼ੇ ਵੱਲ, ਵਿਚ ਇਜ਼ ਦ ਫਿਜ਼ੀਕਲ ਲੇਅਰ ਆਫ ਪ੍ਰੋਕ੍ਰੈਸਟੀਨੇਸ਼ਨ। ਤਾਂ ਜਿਹੜੀ ਫਿਜ਼ੀਕਲ ਲੇਅਰ ਹੈ ਉਸ ਤੋਂ ਭਾਵ ਬਾਇਓਲੋਜੀਕਲ ਰੀਜ਼ਨਸ ਆਫ ਪ੍ਰੋਕ੍ਰੈਸਟੀਨੇਸ਼ਨ। ਹਾਲਾਂਕਿ ਤੁਹਾਡਾ ਦਿਮਾਗ ਵੀ ਬਾਇਓਲੋਜੀ ਦਾ ਹਿੱਸਾ ਹੀ ਹੈ, ਦਿਮਾਗ ਵੀ ਸਾਡੇ ਸਰੀਰ ਦਾ ਇੱਕ ਅੰਗ ਹੀ ਹੈ, ਬਟ ਆਮ ਤੌਰ 'ਤੇ ਜਦੋਂ ਅਸੀਂ ਫਿਜ਼ੀਕਲ ਵਰਡ ਯੂਜ਼ ਕਰਦੇ ਹਾਂ ਤਾਂ ਅਸੀਂ ਦਿਮਾਗ ਨੂੰ ਇਹਦੇ 'ਚੋਂ ਐਕਸਕਲੂਡ ਕਰਦੇ ਹਾਂ। ਥਾਟਸ ਦੇ ਲੈਵਲ 'ਤੇ, ਇਮੋਸ਼ਨਸ ਦੇ ਲੈਵਲ 'ਤੇ ਪ੍ਰੋਕ੍ਰੈਸਟੀਨੇਸ਼ਨ ਕਿੱਥੋਂ ਪੈਦਾ ਹੁੰਦੀ ਹੈ, ਅਸੀਂ ਉਹਦੀ ਗੱਲ ਨਹੀਂ ਕਰ ਰਹੇ। ਸਰੀਰਕ ਸਤਰ 'ਤੇ ਕਿਹੜੇ ਇੱਦਾਂ ਦੇ ਫੈਕਟਰਸ ਨੇ ਜਿਹੜੇ ਪ੍ਰੋਕ੍ਰੈਸਟੀਨੇਸ਼ਨ ਨੂੰ ਪੈਦਾ ਕਰਦੇ ਆ। ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਦਾ ਜਵਾਬ ਦੇਵਾਂ, ਤਾਂ ਤੁਸੀਂ ਮਨ 'ਚ ਸੋਚ ਕੇ ਦੇਖੋ ਕਿ ਜਦੋਂ ਕਦੇ ਤੁਸੀਂ ਆਪਣੀ ਜ਼ਿੰਦਗੀ 'ਚ ਸੋਚਿਆ ਕਿ ਮੈਂ ਪ੍ਰੋਕ੍ਰੈਸਟੀਨੇਸ਼ਨ ਕਿਉਂ ਕਰਦਾ, ਜਾਂ ਜਦੋਂ ਤੁਸੀਂ ਕਿਸੇ ਨੂੰ ਜੱਜ ਕੀਤਾ ਕਿ ਇਹ ਫਲਾਂ ਬੰਦਾ ਕੰਮ ਟਾਲਦਾ ਰਹਿੰਦਾ, ਕੰਮ ਨਹੀਂ ਕਰਦਾ ਟਾਈਮ 'ਤੇ ਆਪਣਾ ਕੰਮ, ਉਹਦਾ ਆਪਦਾ ਕੰਮ, ਤਾਂ ਉਹ ਕਿਉਂ ਨਹੀਂ ਕਰਦਾ, ਤਾਂ ਅਕਸਰ ਕੀ ਜਵਾਬ ਮਨ 'ਚ ਆਉਂਦਾ? ਸ਼ਾਇਦ ਇਹ ਆਉਂਦਾ ਕਿ ਉਹ ਇਨਸਾਨ ਜਾਂ ਮੈਂ ਕੰਮ ਚੋਰ ਹਾਂ ਜਾਂ ਆਲਸੀ ਹਾਂ। ਅਕਸਰ ਅਸੀਂ ਆਪਣੀ ਸਮੱਸਿਆਵਾਂ ਨੂੰ ਐਕਸਪਲੇਨ ਕਰਨ ਲਈ ਇੱਦਾਂ ਦੇ ਲੇਬਲ ਵਰਤਦੇ ਹਾਂ, ਠੀਕ ਹੈ, ਪਰਸਨੈਲਿਟੀ ਵਾਲੇ ਲੇਬਲਸ, ਕਿ ਮੈਂ ਆਲਸੀ ਹਾਂ, ਮੈਂ ਤਾਂ ਕਰਕੇ ਪ੍ਰੋਕ੍ਰੈਸਟੀਨੇਟ ਕਰਦਾ, ਅਤੇ ਮੈਂ ਕੰਮ ਚੋਰ ਹਾਂ ਤਾਂ ਕਰਕੇ ਕਰਦਾ। ਲੇਕਿਨ ਇਸ ਤਰ੍ਹਾਂ ਪ੍ਰੋਕ੍ਰੈਸਟੀਨੇਸ਼ਨ ਨੂੰ ਦੇਖਣਾ ਸਾਡੇ ਲਈ ਬਿਲਕੁਲ ਵੀ ਫਾਇਦੇਮੰਦ ਨਹੀਂ ਹੈ, ਕਿਉਂਕਿ ਅਸਲ ਵਿੱਚ ਕੰਮ ਟਾਲਣਾ ਅਤੇ ਆਲਸੀ ਹੋਣਾ ਅਤੇ ਕੰਮ ਚੋਰ ਹੋਣਾ, ਬਸ ਅਸੀਂ ਇੱਕੋ ਹੀ ਸਮੱਸਿਆ ਨੂੰ 3 ਅਲੱਗ ਨਾਵਾਂ ਤੋਂ ਬੁਲਾ ਰਹੇ ਹਾਂ। ਇਹ ਬਿਲਕੁਲ ਇੱਦਾਂ ਹੈ ਕਿ ਜਿਵੇਂ ਆਪਾਂ ਕਹਿ ਦਈਏ ਪਾਣੀ ਗਿੱਲਾ ਹੈ। ਪਾਣੀ ਅਤੇ ਗਿੱਲਾ ਹੋਣਾ ਲਗਭਗ ਇੱਕੋ ਹੀ ਚੀਜ਼ ਆ, ਉਹਦੇ 'ਚ ਕੋਈ ਫਰਕ ਨਹੀਂ ਹੈ। ਜਦੋਂ ਅਸੀਂ ਕਹਿੰਦੇ ਹਾਂ ਕਿ ਮੈਂ ਪ੍ਰੋਕ੍ਰੈਸਟੀਨੇਟ ਕਰਦਾ ਕਿਉਂਕਿ ਮੈਂ ਆਲਸੀ ਹਾਂ, ਮੈਨੂੰ ਲੱਗਦਾ ਕਿ ਪ੍ਰੋਕ੍ਰੈਸਟੀਨੇਸ਼ਨ ਦੀ ਜੜ ਹੈ ਆਲਸ। ਨਹੀਂ, ਪ੍ਰੋਕ੍ਰੈਸਟੀਨੇਸ਼ਨ ਅਤੇ ਆਲਸ ਇੱਕੋ ਹੀ ਚੀਜ਼ ਮੰਨੇ ਜਾ ਸਕਦੇ ਆ। ਪ੍ਰੋਕ੍ਰੈਸਟੀਨੇਸ਼ਨ ਅਤੇ ਕੰਮਚੋਰ ਹੋਣਾ ਇੱਕੋ ਹੀ ਗੱਲ ਮੰਨੇ ਜਾ ਸਕਦੇ ਆ, ਤਾਂ ਇੱਕ ਕਾਰਨ ਨਹੀਂ ਹੈ। ਤੁਸੀਂ ਇੱਕ ਲੇਬਲ ਲਾ ਰਹੇ ਹੋ ਉਸ ਚੀਜ਼ 'ਤੇ, ਤਾਂ ਉਸ ਲੇਬਲ ਨੂੰ ਤੁਸੀਂ ਕਾਰਨ ਮੰਨ ਰਹੇ ਹੋ। ਆਪਾਂ ਇਸ ਗਲਤ ਫਹਿਮੀ 'ਚ ਨਹੀਂ ਰਹਿਣਾ, ਠੀਕ। ਤਾਂ ਪ੍ਰੋਕ੍ਰੈਸਟੀਨੇਸ਼ਨ ਦਾ ਫਿਜ਼ੀਕਲ ਲੈਵਲ 'ਤੇ ਕਾਰਨ ਇਹ ਨਹੀਂ ਹੁੰਦਾ ਕਿ ਤੁਸੀਂ ਆਲਸੀ ਹੋ ਜਾਂ ਤੁਸੀਂ ਕੰਮ ਚੋਰ ਹੋ, ਲੇਕਿਨ ਇਹਦੇ ਨਾਲ ਇੱਕ ਬੜਾ ਜੁੜਿਆ ਹੋਇਆ ਕਾਰਨ ਹੁੰਦਾ, ਠੀਕ ਹੈ। ਅੱਜ ਜਿਹੜੀ ਲੇਅਰ ਦੀ ਆਪਾਂ ਗੱਲ ਕਰ ਰਹੇ ਹਾਂ ਨਾ, ਤਾਂ ਮੈਂ ਜਿਹੜੀਆਂ ਗੱਲਾਂ ਕਰੂੰਗਾ ਇਹ ਕੋਈ ਬਹੁਤੀਆਂ ਡੂੰਘੀਆਂ ਗੱਲਾਂ ਨਹੀਂ ਆਉਂਦੀਆਂ। ਸ਼ਾਇਦ ਇਹ ਵੀਡੀਓ ਦੇਖ ਕੇ ਤੁਸੀਂ ਕਹੋ ਕਿ ਸਰ ਇਹ ਤਾਂ ਸਰ ਨਹੀਂ, ਹੁਣ ਮੈਂ ਤੁਹਾਡਾ ਸਰ ਨਹੀਂ ਹਾਂ, ਵੈਸੇ ਮੈਂ ਪੇਸ਼ੇ ਤੋਂ ਟੀਚਰ ਹਾਂ, ਤਾਂ ਮੈਨੂੰ ਆਦਤ ਬਣੀ ਹੋਈ ਹੈ। ਤਾਂ ਤੁਸੀਂ ਕਹੋਗੇ ਕਿ ਬਾਈ ਜੀ ਇਹ ਗੱਲਾਂ ਤਾਂ ਸਾਨੂੰ ਆਲਰੇਡੀ ਪਤਾ ਹੀ ਹੈ ਜਿਹੜੀਆਂ ਤੁਸੀਂ ਸਾਨੂੰ ਦੱਸਦੀਆਂ, ਲੇਕਿਨ ਸਾਡਾ ਇੱਥੇ ਮਕਸਦ ਇਹ ਨਹੀਂ ਹੈ ਕਿ ਮੈਂ ਤੁਹਾਨੂੰ ਉਹ ਗੱਲਾਂ ਦੱਸਾਂ ਕਿ ਜੋ ਤੁਹਾਨੂੰ ਪਤਾ ਹੀ ਨਹੀਂ ਹੈ। ਕੁਝ ਗੱਲਾਂ ਤੁਹਾਨੂੰ ਲਾਜ਼ਮੀ ਪਤਾ ਵੀ ਹੋਣਗੀਆਂ, ਕੁਝ ਗੱਲਾਂ ਨਹੀਂ ਪਤਾ ਹੋਣਗੀਆਂ। ਅੱਜ ਜ਼ਿਆਦਾਤਰ ਗੱਲਾਂ ਜੋ ਮੈਂ ਕਰੂੰਗਾ ਇਹ ਕਾਮਨ ਸੈਂਸ ਗੱਲਾਂ ਨੇ, ਇਹ ਤੁਸੀਂ ਖੁਦ ਵੀ ਫਿਗਰ ਆਊਟ ਕਰ ਸਕਦੇ ਸੀ। ਇਹ ਗੱਲ ਮੈਂ ਤੁਹਾਨੂੰ ਇਸ ਲਈ ਦੱਸ ਰਿਹਾ ਕਿ ਤੁਸੀਂ ਸ਼ੁਰੂ 'ਚ ਆਪਣੀ ਜ਼ਿਆਦਾ ਐਕਸਪੈਕਟੇਸ਼ਨਸ ਹਾਈ ਨਾ ਕਰੋ। ਹਾਂ, ਤਾਂ ਮੈਂ ਵਾਪਸ ਆਵਾਂ, ਹੋਪਫੁਲੀ ਮੈਂ ਜ਼ਿਆਦਾ ਆਫ ਟੋਪਿਕ ਨਹੀਂ ਗਿਆ। ਤਾਂ ਜਿਹੜੀ ਫਿਜ਼ੀਕਲ ਲੈਵਲ 'ਤੇ ਪ੍ਰੋਕ੍ਰੈਸਟੀਨੇਸ਼ਨ ਦਾ ਮੇਨ ਕਾਰਨ ਹੁੰਦਾ, ਉਸ ਨੂੰ ਮੈਂ ਕਹਿਣਾ ਲੋ ਐਨਰਜੀ ਸਟੇਟ ਵਿੱਚ ਹੋਣਾ। ਲੋ ਐਨਰਜੀ ਸਟੇਟ ਵਿੱਚ ਹੋਣ ਦਾ ਮਤਲਬ ਹੈ ਕਿ ਤੁਸੀਂ ਲਗਾਤਾਰ ਥੱਕੇ ਹੋਏ ਫੀਲ ਕਰਦੇ ਹੋ, ਫੈਟੀਗ ਫੀਲ ਕਰਦੇ ਹੋ, ਤੁਸੀਂ 100% ਐਨਰਜੀ ਵਿੱਚ ਮਹਿਸੂਸ ਨਹੀਂ ਕਰਦੇ। ਜਦੋਂ ਤੁਸੀਂ ਸਾਰੀ ਰਾਤ ਸੌਂ ਕੇ ਸੁਬਾਹ ਉੱਠਦੇ ਹੋ ਤਾਂ ਤੁਸੀਂ ਇੱਕਦਮ ਫਰੈਸ਼ ਹੁੰਦੇ ਹੋ, ਲੇਕਿਨ ਉਹ ਫਰੈਸ਼ਨੈਸ ਕਿੰਨਾ ਟਾਈਮ ਰਹਿੰਦੀ ਹੈ? ਕਿ ਉਹ ਸਾਰਾ ਦਿਨ ਬਣੀ ਰਹਿੰਦੀ ਹੈ ਜਾਂ ਘੰਟਾ ਕੁ ਰਹਿੰਦੀ ਹੈ, ਅੱਧਾ ਘੰਟਾ ਰਹਿੰਦੀ ਹੈ, ਐਂਡ ਫਿਰ ਤੁਸੀਂ ਇੱਕ ਬੜੀ ਲੋ ਐਨਰਜੀ ਸਟੇਟ 'ਚ ਚਲੇ ਜਾਂਦੇ ਹੋ ਜਿਸ 'ਚ ਤੁਸੀਂ ਸਾਰਾ ਦਿਨ ਆਪਣਾ ਕੱਟਦੇ ਹੋ ਸਕਦਾ ਹੈ ਕਿ ਤੁਹਾਨੂੰ ਨੀਂਦ ਹੀ ਨਾ ਵਧੀਆ ਆਉਂਦੀ ਹੋਵੇ ਅਤੇ ਨੀਂਦ 'ਚੋਂ ਉੱਠਣ ਸਾਰ ਹੀ ਤੁਸੀਂ ਲੋ ਐਨਰਜੀ ਮਹਿਸੂਸ ਕਰਦੇ ਹੋ। ਹੁਣ ਇਹ ਜਿਹੜੀ ਲੋ ਐਨਰਜੀ ਸਟੇਟ ਜਿਹਨੂੰ ਮੈਂ ਕਹਿ ਰਿਹਾ, ਇਹਨੂੰ ਤੁਸੀਂ ਅਲੱਗ-ਅਲੱਗ ਨਾਮ ਦਿੱਤੇ ਹੋ ਸਕਦੇ ਆ। ਹੋ ਸਕਦਾ ਤੁਸੀਂ ਇਹਨੂੰ ਆਲਸ ਕਹਿੰਦੇ ਹੋ ਸਕਦਾ ਤੁਸੀਂ ਇਹਨੂੰ ਕੰਮਚੋਰ ਹੋਣਾ ਕਹਿੰਦੇ ਹੋ ਸਕਦਾ ਤੁਸੀਂ ਇਹਨੂੰ ਕਮਜ਼ੋਰੀ ਕਹਿੰਦੇ ਹੋ, ਵਟ ਐਵਰ ਯੂ ਕਾਲ ਇਟ, ਠੀਕ। ਜਦੋਂ ਤੁਸੀਂ ਪੂਰਾ ਉਤਸ਼ਾਹ ਨਾਲ ਭਰਿਆ ਹੋਇਆ ਮਹਿਸੂਸ ਨਹੀਂ ਕਰਦੇ, ਨਾਟ ਰੀਅਲੀ ਉਤਸ਼ਾਹ, ਐਨਰਜੀ ਨਾਲ ਭਰਿਆ ਹੋਇਆ ਮਹਿਸੂਸ ਨਹੀਂ ਕਰਦੇ, ਅਤੇ ਕੌਨਸਟੈਂਟਲੀ ਲੋ ਐਨਰਜੀ ਸਟੇਟ ਦੇ ਵਿੱਚ ਰਹਿਣਾ ਪ੍ਰੋਕ੍ਰੈਸਟੀਨੇਸ਼ਨ ਨੂੰ ਪੈਦਾ ਕਰਦਾ ਹੈ। ਅੱਛਾ, ਅਸਲ ਵਿੱਚ ਇਹ ਕਹਿਣਾ ਠੀਕ ਨਹੀਂ ਹੋਊਗਾ ਕਿ ਇਹ ਪ੍ਰੋਕ੍ਰੈਸਟੀਨੇਸ਼ਨ ਨੂੰ ਪੈਦਾ ਕਰਦਾ ਹੈ। ਇਹ ਕਹਿਣਾ ਠੀਕ ਹੋਊਗਾ ਕਿ ਜੇਕਰ ਤੁਹਾਡੇ ਅੰਦਰ ਪ੍ਰੋਕ੍ਰੈਸਟੀਨੇਟ ਕਰਨ ਦੀ ਆਦਤ ਹੈ, ਜੇ ਤੁਹਾਡੇ ਦਿਮਾਗ ਨੂੰ ਆਦਤ ਪੈ ਚੁੱਕੀ ਹੈ ਪ੍ਰੋਕ੍ਰੈਸਟੀਨੇਟ ਕਰਨ ਦੀ, ਤਾਂ ਥੱਕੇ ਹੋਣਾ, ਲੋ ਐਨਰਜੀ ਸਟੇਟ ਵਿੱਚ ਰਹਿਣਾ ਪ੍ਰੋਕ੍ਰੈਸਟੀਨੇਟ ਕਰਨਾ ਆਸਾਨ ਕਰ ਦਿੰਦਾ ਹੈ, ਕੰਮਾਂ ਨੂੰ ਟਾਈਮ 'ਤੇ ਨਿਬੇੜਨਾ ਮੁਸ਼ਕਿਲ ਕਰ ਦਿੰਦਾ ਹੈ। ਤਾਂ ਸਭ ਤੋਂ ਪਹਿਲਾਂ ਜਿਹੜਾ ਆਪਾਂ ਹੱਲ ਦੀ ਸ਼ੁਰੂਆਤ ਕਰਨੀ ਹੁੰਦੀ ਹੈ ਪ੍ਰੋਕ੍ਰੈਸਟੀਨੇਸ਼ਨ ਦੀ, ਉਹ ਫਿਜ਼ੀਕਲ ਲੈਵਲ 'ਤੇ ਕਰਨੀ ਹੁੰਦੀ ਹੈ, ਠੀਕ। ਸਵਾਲ ਇਹ ਬਣਦਾ ਵੀ ਇਹ ਲੋ ਐਨਰਜੀ ਸਟੇਟ
ਆਉਂਦੀ ਕਿੱਥੋਂ ਹੈ, ਕੀ ਸਾਡੀ ਜ਼ਿੰਦਗੀ 'ਚ ਇੱਦਾਂ ਦੀਆਂ ਚੀਜ਼ਾਂ ਜਿਹਦੇ ਕਰਕੇ ਲੋ ਐਨਰਜੀ ਸਟੇਟ ਆਉਂਦੀ ਹੈ, ਐਂਡ ਕਿੱਦਾਂ ਆਪਾਂ ਇਹਦਾ ਹੱਲ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਜਿਹੜੀ ਗੱਲ ਮੈਂ ਤੁਹਾਨੂੰ ਦੱਸੂੰਗਾ, ਸ਼ਾਇਦ ਤੁਹਾਨੂੰ ਸੁਣ ਕੇ ਜ਼ਿਆਦਾ ਚੰਗੀ ਨਾ ਲੱਗੇ, ਇਹ ਕੁਦਰਤੀ ਚੀਜ਼ ਵੀ ਹੁੰਦੀ ਹੈ। ਕੁਛ ਲੋਕ ਕੁਦਰਤੀ ਤੌਰ 'ਤੇ ਬੜੇ ਹਾਈ ਐਨਰਜੀ ਸਟੇਟ ਵਾਲੇ ਹੁੰਦੇ ਆ। ਫੋਰ ਐਗਜ਼ਾਮਪਲ ਜੇ ਆਪਾਂ ਐਥਲੀਟਸ ਦੀ ਗੱਲ ਕਰੀਏ, ਬਹੁਤ ਸਾਰੇ ਐਥਲੀਟ ਜਿਹੜੇ ਹੁੰਦੇ, ਖਾਸ ਕਰਕੇ ਜਿਹੜੇ ਨੈਚੁਰਲ ਐਥਲੀਟਸ ਹੁੰਦੇ ਆ, ਉਹ ਜੈਨੇਟਿਕਲੀ ਹੀ ਉਹਨਾਂ ਦਾ ਸਰੀਰ ਐਨਰਜੀ ਬਹੁਤ ਪ੍ਰੋਡਿਊਸ ਕਰਦਾ। ਐਂਡ ਕਈ ਲੋਕ ਬਦਕਿਸਮਤੀ ਨਾਲ ਸ਼ੁਰੂ ਤੋਂ ਹੀ ਲੋ ਐਨਰਜੀ ਸਟੇਟ ਵਿੱਚ ਰਹਿੰਦੇ ਨੇ। ਤਾਂ ਇਹ ਇੱਕ ਕੁਦਰਤੀ ਚੀਜ਼ ਵੀ ਹੈ। ਲੇਕਿਨ ਜੇ ਅਸੀਂ ਆਪਣੀ ਜ਼ਿੰਦਗੀ ਵੱਲ ਦੇਖੀਏ ਤਾਂ ਸਾਨੂੰ ਬਹੁਤ ਸਾਰੇ ਹੋਰ ਵੀ ਫੈਕਟਰਸ ਇੱਦਾਂ ਦੇ ਦਿਖਣਗੇ। ਜੈਨੇਟਿਕ ਫੈਕਟਰ ਤਾਂ ਸਾਡੇ ਕੰਟਰੋਲ 'ਚ ਨਹੀਂ ਹੈ, ਠੀਕ ਹੈ ਨਾ, ਲੇਕਿਨ ਸਾਨੂੰ ਹੋਰ ਵੀ ਬਹੁਤ ਸਾਰੇ ਫੈਕਟਰਸ ਦਿਖਣਗੇ ਜੋ ਲੋ ਐਨਰਜੀ ਸਟੇਟ ਪੈਦਾ ਕਰਦੇ ਆ, ਜਿਨ੍ਹਾਂ ਨੂੰ ਅਸੀਂ ਕੰਟਰੋਲ ਕਰ ਸਕਦੇ ਹਾਂ। ਇਹਦੇ ਅੰਦਰ ਸਭ ਤੋਂ ਪਹਿਲੀ ਚੀਜ਼, ਐਂਡ ਮੈਂ ਇਹਨੂੰ ਲਿਖਦਾ ਜਾਊਂਗਾ ਕਿਉਂਕਿ ਬਾਅਦ 'ਚ ਆਪਾਂ ਹੱਲ ਦੀ ਗੱਲ ਵੀ ਕਰਨੀ ਹੈ। ਜਿਹੜੀ ਸਭ ਤੋਂ ਪਹਿਲੀ ਚੀਜ਼ ਦਿਮਾਗ 'ਚ ਆਉਂਦੀ ਹੈ ਉਹ ਹੈ ਸਲੀਪ। ਸਭ ਤੋਂ ਪਹਿਲਾ ਸਵਾਲ ਤੁਸੀਂ ਖੁਦ ਨੂੰ ਇਹ ਕਰਨਾ ਵੀ ਤੁਹਾਡੀ ਜਿਹੜੀ ਨੀਂਦ ਹੈ ਉਹਦੀ ਕੁਆਲਿਟੀ ਕੀ ਹੈ ਅਤੇ ਕੁਆਂਟਿਟੀ ਕੀ ਹੈ। ਕੁਆਲਿਟੀ ਭਾਵ ਜਦੋਂ ਤੁਸੀਂ ਸੌਂਦੇ ਹੋ ਤੁਹਾਨੂੰ ਡੂੰਘੀ ਨੀਂਦ ਆਉਂਦੀ ਹੈ ਕਿ ਨਹੀਂ ਆਉਂਦੀ ਹੈ, ਜਾਂ ਤੁਸੀਂ ਪਾਸੇ ਲੈਂਦੇ ਰਹਿੰਦੇ ਹੋ ਰਾਤ ਨੂੰ। ਕੁਆਂਟਿਟੀ ਤੋਂ ਭਾਵ ਹੈ ਕਿ ਤੁਸੀਂ ਜਿਹੜਾ ਕੰਮ ਕਰਦੇ ਹੋ ਉਹਦੇ ਅਨੁਸਾਰ ਜਿੰਨੀ ਰੈਕਮੈਂਡਡ ਆਵਰਸ ਆਫ ਸਲੀਪ ਹੈ ਉਹ ਸੌਂਦੇ ਹੋ ਕਿ ਨਹੀਂ। ਜੇਕਰ ਤੁਸੀਂ ਸਟੂਡੈਂਟ ਹੋ ਤਾਂ ਤੁਹਾਨੂੰ ਘੱਟੋ ਘੱਟ ਹੀ 8 ਤੋਂ 10 ਘੰਟੇ ਦੀ ਨੀਂਦ ਦੀ ਜ਼ਰੂਰਤ ਰਹਿੰਦੀ ਹੈ। ਕੀ ਤੁਸੀਂ ਸੌਂਦੇ ਹੋ ਜਾਂ ਰਾਤ ਨੂੰ ਫੋਨ 'ਤੇ ਠੁੰਗਾ ਮਾਰ ਰਹੇ ਹੁੰਦੇ ਹੋ, ਠੀਕ ਹੈ। ਮੇਰੇ ਮਦਰ ਕਹਿੰਦੇ ਹੁੰਦੇ ਠੁੰਗਾ ਮਾਰਨਾ, ਠੀਕ ਹੈ। ਤੁਹਾਡੇ ਵੀ ਸ਼ਾਇਦ ਇਹੀ ਫਰੇਜ਼ ਯੂਜ਼ ਕਰਦੇ ਹੋ, ਰਾਤ ਨੂੰ ਉਂਗਲਾਂ ਮਾਰੀ ਜਾਣੀਆਂ ਫੋਨ 'ਤੇ, ਸੌਣਾ ਨਾ ਟਾਈਮ 'ਤੇ, ਆਪਣਾ ਸੌਣ ਦਾ ਟਾਈਮ ਘਟਾ ਲੈਣਾ। ਇਹਦੇ ਨਾਲ ਨਾਲ ਗੱਲ ਕੁਆਲਿਟੀ ਦੀ ਵੀ ਹੈ ਕਿ ਤੁਹਾਨੂੰ ਸਲੀਪ ਵਧੀਆ ਆਉਂਦੀ ਹੈ ਕਿ ਨਹੀਂ। ਜੇਕਰ ਸਲੀਪ ਦੀ ਕੁਆਂਟਿਟੀ ਸਹੀ ਨਹੀਂ ਹੈ ਅਤੇ ਕੁਆਲਿਟੀ ਸਹੀ ਨਹੀਂ ਹੈ, ਲਾਜ਼ਮੀ ਤੁਸੀਂ ਲੋ ਐਨਰਜੀ ਸਟੇਟ ਵਿੱਚ ਰਹੋਗੇ। ਅਤੇ ਸਭ ਤੋਂ ਹੈਰਾਨੀ ਦੀ ਗੱਲ ਇਹ ਹੁੰਦੀ ਹੈ ਕਿ ਥੋੜ੍ਹੇ ਟਾਈਮ ਬਾਅਦ ਤੁਹਾਡਾ ਜਿਹੜਾ ਸਰੀਰ ਹੈ ਨਾ ਉਹ ਥੋੜ੍ਹੀ ਸਲੀਪ ਲਈ ਐਡਜਸਟ ਕਰ ਜਾਂਦਾ। ਜੇ ਤੁਸੀਂ ਸਿਰਫ 6 ਘੰਟੇ ਸੌਂਦੇ ਹੋ ਰੋਜ਼, ਤੁਹਾਡਾ ਸਰੀਰ 6 ਘੰਟੇ ਦੇ ਹਿਸਾਬ ਤੋਂ ਐਡਜਸਟ ਕਰ ਲੂਗਾ। ਕਹਿਣ ਦਾ ਭਾਵ ਤੁਹਾਨੂੰ ਨੀਂਦ ਦੀ ਕਮੀ ਮਹਿਸੂਸ ਨਹੀਂ ਹੋਊਗੀ, ਲੇਕਿਨ ਤੁਹਾਡਾ ਸਰੀਰ ਲੋ ਐਨਰਜੀ ਸਟੇਟ ਵਿੱਚ ਆਪਰੇਟ ਕਰਨਾ ਸ਼ੁਰੂ ਕਰ ਜੂਗਾ। 60-70% ਐਨਰਜੀ ਤੁਹਾਡੇ 'ਚ ਰਹੂਗੀ। ਤਾਂ ਤੁਹਾਨੂੰ ਇੱਦਾਂ ਨਹੀਂ ਕਿ ਤੁਹਾਨੂੰ ਦਿਨ ਦੇ ਦੌਰਾਨ ਇੱਦਾਂ ਲੱਗੂਗਾ ਕਿ ਮੈਨੂੰ ਨੀਂਦ ਆ ਰਹੀ ਹੈ, ਲੇਕਿਨ ਉਹ ਇੱਕ ਮਾੜਾ ਇਫੈਕਟ ਤੁਹਾਡੇ ਸਰੀਰ 'ਤੇ ਪੈ ਰਿਹਾ ਹੋਣਾ ਹੈ ਕਿ ਤੁਸੀਂ 60-70% ਹੀ ਐਨਰਜੈਟਿਕ ਹੋ। ਦੂਜੀ ਚੀਜ਼ ਜਿਹੜੀ ਅਸੀਂ ਦੇਖਣੀ ਹੁੰਦੀ ਹੈ ਫਿਰ ਉਹ ਹੁੰਦਾ ਸਾਡਾ ਡਾਇਟ, ਠੀਕ। ਤੁਸੀਂ ਖਾਣਾ ਕਿੱਦਾਂ ਦਾ ਖਾ ਰਹੇ ਹੋ, ਕੀ ਤੁਸੀਂ ਫਾਸਟ ਫੂਡ ਖਾ ਰਹੇ ਹੋ, ਕੀ ਤੁਸੀਂ ਹੈਲਥੀ ਫੂਡ ਖਾ ਰਹੇ ਹੋ, ਕੀ ਤੁਸੀਂ ਰੈਗੂਲਰ ਮੀਲਸ ਖਾ ਰਹੇ ਹੋ, ਕੀ ਤੁਸੀਂ ਮਰਜ਼ੀ ਨਾਲ ਜਦੋਂ ਵੀ ਤੁਹਾਡਾ ਦਿਲ ਕਰਦਾ ਚੱਕ ਕੇ ਮੁੱਠੀ ਭਰ ਕੇ ਕੁਛ ਮੂੰਹ 'ਚ ਪਾ ਲੈਣਾ, ਕਿਸ ਤਰ੍ਹਾਂ ਦਾ ਤੁਹਾਡਾ ਡਾਇਟਰੀ ਪੈਟਰਨ ਹੈ। ਓਬਵੀਅਸਲੀ ਜੇ ਤੁਸੀਂ ਅਨਹੈਲਥੀ ਖਾਂਦੇ ਹੋ ਅਤੇ ਤੁਹਾਡਾ ਕੋਈ ਰੈਗੂਲਰ ਸਕੈਜੂਅਲ ਨਹੀਂ ਹੈ ਖਾਣ ਦਾ, ਤਾਂ ਤੁਸੀਂ ਸਰੀਰ ਲਈ ਅਨਸਰਟੇਨਿਟੀ ਪੈਦਾ ਕਰਦੇ ਹੋ, ਠੀਕ ਹੈ। ਤੁਹਾਡੇ ਸਰੀਰ ਨੂੰ ਪਤਾ ਹੀ ਨਹੀਂ ਤੁਸੀਂ ਖਾਣਾ ਕਦੋਂ ਖਾਣਾ ਹੈ ਅਤੇ ਕਦੋਂ ਸਰੀਰ ਨੂੰ ਐਨਰਜੀ ਮਿਲਣੀ ਹੈ, ਕਦੋਂ ਸਰੀਰ ਨੂੰ ਕੋਈ ਅੰਦਾਜ਼ਾ ਨਹੀਂ ਹੈ ਕਿ ਕਦੋਂ ਉਹਨੂੰ ਐਨਰਜੀ ਮਿਲਣੀ ਹੈ, ਕਦੋਂ ਨਹੀਂ ਮਿਲਣੀ ਹੈ, ਠੀਕ ਹੈ। ਤਾਂ ਓਬਵੀਅਸਲੀ ਇਹ ਵੀ ਲੋ ਐਨਰਜੀ ਸਟੇਟ ਪੈਦਾ ਕਰਦੀ ਹੈ। ਤੀਸਰੀ ਚੀਜ਼ ਜਿਹੜੀ ਆਪਾਂ ਇਹਦੇ ਅੰਦਰ ਇੰਕਲੂਡ ਕਰ ਸਕਦੇ ਹਾਂ ਉਹ ਹੈ ਫਿਜ਼ੀਕਲ ਐਕਟੀਵਿਟੀ। ਤੁਹਾਡੇ ਦਿਨ ਦੇ ਦੌਰਾਨ ਤੁਸੀਂ ਕਿੰਨੀ ਫਿਜ਼ੀਕਲ ਐਕਟੀਵਿਟੀ ਕਰਦੇ ਹੋ, ਠੀਕ। ਸੈਡੈਂਟਰੀ ਲਾਈਫ ਸਟਾਈਲ ਆਪਾਂ ਇੰਗਲਿਸ਼ 'ਚ ਕਹਿੰਦੇ ਹੁੰਦੇ ਹਾਂ, ਜੋ ਹੁੰਦਾ ਬੈਠੇ ਬਿਠਾਏ ਜ਼ਿੰਦਗੀ। ਅਸੀਂ ਬਹੁਤ ਘੱਟ ਫਿਜ਼ੀਕਲ ਮੂਵਮੈਂਟ ਕਰਦੇ ਹਾਂ। ਜੇ ਮੈਂ 100 ਮੀਟਰ ਦੁਕਾਨ ਤੱਕ ਜਾ ਕੇ ਆਉਣਾ ਤਾਂ ਮੈਂ ਆਪਣੀ ਸਕੂਟੀ ਚੱਕ ਲੈਣਾ, ਠੀਕ ਹੈ। ਯਾਨੀ ਮੈਂ ਫਿਜ਼ੀਕਲ ਮੂਵਮੈਂਟ ਮਿਨੀਮਾਈਜ਼ ਕੀਤੀ ਹੋਈ ਹੈ। ਫਿਜ਼ੀਕਲ ਮੂਵਮੈਂਟ ਘੱਟ ਕਰਨਾ ਵੀ ਗ੍ਰੈਜੂਅਲੀ ਓਵਰ ਦ ਡੇਜ਼ ਔਰ ਓਵਰ ਦ ਈਅਰਸ ਈਵਨ ਹੌਲੀ ਹੌਲੀ ਕਰਕੇ ਤੁਹਾਨੂੰ ਲੋ ਐਨਰਜੀ ਸਟੇਟ ਵਿੱਚ ਲੈ ਜਾਂਦਾ, ਕਿਉਂਕਿ ਸਰੀਰ ਨੂੰ ਤੁਸੀਂ ਇਹੀ ਸੰਕੇਤ ਦੇ ਰਹੇ ਹੁੰਦੇ ਹੋ ਸੈਡੈਂਟਰੀ ਲਾਈਫ ਸਟਾਈਲ ਜੀ ਕੇ ਕਿ ਐਨਰਜੀ ਦੀ ਜ਼ਰੂਰਤ ਨਹੀਂ ਹੈ। ਤਾਂ ਇਹ 3 ਮੁੱਖ ਚੀਜ਼ਾਂ ਹੁੰਦੀਆਂ ਜਿਸ ਦੇ ਲੈਵਲ 'ਤੇ ਸਭ ਤੋਂ ਪਹਿਲਾਂ ਆਪਾਂ ਕੰਮ ਕਰਨਾ ਹੁੰਦਾ, ਠੀਕ ਹੈ। ਇਹਦੇ 'ਚ ਤੁਸੀਂ ਸਟਰੈਸ ਨੂੰ ਵੀ ਇੰਕਲੂਡ ਕਰ ਸਕਦੇ ਹੋ, ਕਿਉਂਕਿ ਜੋ ਸਟਰੈਸ ਹੁੰਦਾ ਨਾ ਉਹ ਵੀ ਤੁਹਾਡੀ ਅਨਨੈਸੈਸਰੀ ਐਨਰਜੀ ਖਪਾਉਂਦਾ। ਸਟਰੈਸ ਲੋ ਐਨਰਜੀ ਸਟੇਟ ਤਾਂ ਨਹੀਂ ਪੈਦਾ ਕਰਦਾ, ਲੇਕਿਨ ਤੁਹਾਡੀ ਐਨਰਜੀ ਜ਼ਿਆਦਾ ਖਪਾਉਂਦਾ। ਜਦੋਂ ਤੁਹਾਨੂੰ ਸਟਰੈਸ ਹੁੰਦਾ ਤੁਸੀਂ ਸੋਚਣ 'ਤੇ ਐਨਰਜੀ ਜ਼ਿਆਦਾ ਖਰਚ ਕਰਦੇ ਹੋ। ਫੋਰ ਐਗਜ਼ਾਮਪਲ ਤੁਹਾਡੇ ਅੰਦਰ ਜਿਹੜਾ ਇਮੋਸ਼ਨਲ ਉਬਾਲ ਆ ਰਿਹਾ ਹੁੰਦਾ ਉਹਦੇ ਨਾਲ, ਜਿਹਨੂੰ ਆਪਾਂ ਪੰਜਾਬੀ ਸ਼ਾਇਦ ਝੁਰਨਾ ਕਹਿੰਦੇ ਹਾਂ, ਠੀਕ ਹੈ, ਤਾਂ ਉਹ ਚੀਜ਼ ਤੁਹਾਡੇ ਨਾਲ ਹੁੰਦੀ ਹੈ। ਤਾਂ ਜੇਕਰ ਸਲੀਪ, ਡਾਇਟ ਅਤੇ ਫਿਜ਼ੀਕਲ ਐਕਟੀਵਿਟੀਜ਼ ਲੋ ਐਨਰਜੀ ਸਟੇਟ ਨੂੰ ਪੈਦਾ ਕਰਦੀਆਂ, ਅਤੇ ਲੋ ਐਨਰਜੀ ਸਟੇਟ ਬਾਰੇ ਸਾਨੂੰ ਇਹ ਪਤਾ ਹੈ ਕਿ ਇਹ ਪ੍ਰੋਕ੍ਰੈਸਟੀਨੇਸ਼ਨ ਦੀ ਆਦਤ ਨੂੰ ਵਿਗਾੜਦੀਆਂ। ਆਦਤ ਤਾਂ ਤੁਹਾਡੇ ਅੰਦਰ ਹੈ, ਉਹਦੀ ਆਪਾਂ ਗੱਲ ਅਗਲੀ ਆਉਣ ਵਾਲੀ ਵੀਡੀਓਜ਼ 'ਚ ਕਰਾਂਗੇ ਜਦੋਂ ਆਪਾਂ ਬਿਲਕੁਲ ਜੜ 'ਚ ਜਾਵਾਂਗੇ। ਇਹ ਉਸ ਨੂੰ ਐਗਰਵੇਟ ਕਰਦੀ ਹੈ। ਅੰਗਰੇਜ਼ੀ 'ਚ ਆਪਾਂ ਐਗਰਵੇਟ ਕਹਿੰਦੇ ਹਾਂ, ਮਾੜੀ ਚੀਜ਼ ਨੂੰ ਹੋਰ ਮਾੜਾ ਕਰ ਦੇਣਾ। ਪ੍ਰੋਕ੍ਰੈਸਟੀਨੇਸ਼ਨ ਆਪਦੇ ਆਪ 'ਚ ਬੜੀ ਮਾੜੀ ਚੀਜ਼ ਹੈ, ਥੋੜ੍ਹੀ ਮਾਤਰਾ 'ਚ ਹੋਣਾ ਵੀ, ਲੇਕਿਨ ਇਹ ਉਹਨੂੰ ਵਧਾ ਦਿੰਦੀ ਹੈ।
ਤਾਂ ਸਲੀਪ ਬਾਰੇ ਸਾਨੂੰ ਕੀ ਗੱਲਾਂ ਪਤਾ ਹੋਣੀਆਂ ਚਾਹੀਦੀਆਂ, ਡਾਇਟ ਬਾਰੇ ਸਾਨੂੰ ਕੀ ਜ਼ਰੂਰੀ ਗੱਲਾਂ ਪਤਾ ਹੋਣੀਆਂ ਚਾਹੀਦੀਆਂ, ਅਤੇ ਫਿਜ਼ੀਕਲ ਐਕਟੀਵਿਟੀ ਬਾਰੇ ਇਹਦੀ ਗੱਲ ਕਰਦੇ ਹਾਂ। ਦੇਖੋ ਪਹਿਲਾਂ ਕੁਆਂਟਿਟੀ ਦੀ ਗੱਲ ਕਰਦੇ ਹਾਂ। ਜੇਕਰ ਤੁਸੀਂ ਸਟੂਡੈਂਟ ਹੋ, ਮੈਂ ਪਹਿਲਾਂ ਵੀ ਕਹਿ ਚੁੱਕਿਆ, ਤਾਂ ਤੁਸੀਂ ਇਨਸ਼ੋਰ ਕਰਨਾ ਹੁੰਦਾ ਵੀ ਤੁਹਾਨੂੰ ਇੱਕ 24 ਘੰਟੇ ਦੇ ਪੀਰੀਅਡ ਦੇ ਦੌਰਾਨ ਘੱਟੋ ਘੱਟ 8 ਐਂਡ ਆਈਡੀਅਲੀ 10 ਘੰਟੇ ਦੀ ਨੀਂਦ ਮਿਲੇ। ਉਹਨੇ ਨੀਂਦ ਜ਼ਰੂਰੀ ਨਹੀਂ ਇੱਕ ਵਾਰ 'ਚ ਹੀ ਹੋਵੇ, ਹੋ ਸਕਦਾ ਤੁਸੀਂ ਰਾਤ ਨੂੰ 6 ਘੰਟੇ ਸੌਂ, ਬਟ ਦਿਨ ਦੇ ਦੌਰਾਨ 1 ਜਾਂ 2 ਘੰਟੇ ਦਾ ਨੈਪ ਲੈ ਲਓ, ਇਹ ਬਹੁਤ ਜ਼ਰੂਰੀ ਹੈ। ਠੀਕ ਹੈ, ਇਹ ਗੱਲ ਹੈ ਕੁਆਂਟਿਟੀ ਦੀ। ਜਿੱਥੋਂ ਤੱਕ ਗੱਲ ਹੈ ਕੁਆਲਿਟੀ ਦੀ, ਤਾਂ ਤੁਹਾਡੀ ਕੁਆਲਿਟੀ ਆਫ ਸਲੀਪ ਤੋਂ ਰਿਲੇਟਡ ਮੇਰੇ ਕੋਲ 2 ਸੁਜੈਸ਼ਨਸ ਨੇ। ਸੁਜੈਸ਼ਨ ਨੰਬਰ 1 ਇਹ ਹੈ ਕਿ ਤੁਸੀਂ ਜਿਸ ਗੱਦੇ 'ਤੇ ਪੈਂਦੇ ਹੋ ਉਸ ਵੱਲ ਥੋੜ੍ਹਾ ਧਿਆਨ ਦਿਆ ਕਰੋ ਕਿ ਉਹ ਤੁਹਾਡੇ ਲਈ ਕੰਫਰਟੇਬਲ ਹੈ ਕਿ ਨਹੀਂ। ਜਿਹੜੇ ਤੁਹਾਡੇ 'ਚੋਂ ਸੁਣਨ ਵਾਲੇ ਪਿੰਡਾਂ 'ਚੋਂ ਨੇ, ਤੁਹਾਡੇ ਲਈ ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਪਿੰਡਾਂ 'ਚ ਆਪਾਂ ਮੰਜਿਆਂ 'ਤੇ ਹੀ ਪੈਂਦੇ ਹਾਂ, ਖੈਰ ਹੁਣ ਤਾਂ ਬੈਡਸ ਵਗੈਰਾ 'ਤੇ ਵੀ ਪੈਣ ਲੱਗ ਗਿਆ। ਮੰਜੇ 'ਤੇ ਜੇ ਤੁਸੀਂ ਪੈਂਦੇ ਹੋ ਤਾਂ ਮੰਜਾ ਮੇਰੇ ਹਿਸਾਬ ਤੋਂ ਇਜ਼ ਦ ਮੋਸਟ ਕੰਫਰਟੇਬਲ ਥਿੰਗ। ਮਤਲਬ ਮੈਨੂੰ ਨਹੀਂ ਲੱਗਦਾ ਕੋਈ ਦੁਨੀਆ ਦਾ ਇੱਦਾਂ ਦਾ ਗੱਦਾ ਹੋਊਗਾ ਜਿਹੜਾ 4 ਪਾਈ ਜਿੰਨਾ ਕੰਫਰਟੇਬਲ ਹੋ ਸਕਦਾ ਸੌਣ ਵਿੱਚ। ਤਾਂ ਲੇਕਿਨ ਜੇ ਤੁਸੀਂ ਬੈੱਡ 'ਤੇ ਸੌਂਦੇ ਹੋ ਤਾਂ ਪਲੀਜ਼ ਧਿਆਨ ਦੇਣਾ ਸ਼ੁਰੂ ਕਰੋ ਕਿ ਜਿਹੜੇ ਗੱਦਾ ਤੁਸੀਂ ਯੂਜ਼ ਕਰਦੇ ਹੋ ਉਹ ਕਿੱਦਾਂ ਦਾ। ਠੀਕ ਹੈ, ਐਂਡ ਗੱਦਾ ਬਦਲ ਕੇ ਦੇਖੋ, ਥੋੜ੍ਹਾ ਬਹੁਤ ਉਹਦੇ 'ਚ ਵੇਰੀਏਸ਼ਨ ਕਰਕੇ ਦੇਖੋ, ਅਤੇ ਦੇਖੋ ਕਿ ਤੁਹਾਡੀ ਸਲੀਪ ਦੀ ਕੁਆਲਿਟੀ 'ਤੇ ਅਸਰ ਪੈਂਦਾ, ਕਿ ਤੁਹਾਨੂੰ ਸਿਰਫ ਗੱਦਾ ਬਦਲਣ ਨਾਲ ਜ਼ਿਆਦਾ ਪੋਲਾ ਜਾਂ ਜ਼ਿਆਦਾ ਸਖਤ ਗੱਦਾ ਯੂਜ਼ ਕਰਨਾ। ਵੈਸੇ ਥੋੜ੍ਹਾ ਜਿਹਾ ਗੱਦਾ ਜੋ ਹੈ ਸੌਫਟ ਹੋਣਾ ਚਾਹੀਦਾ, ਉਹਦੇ ਨਾਲ ਬੈਟਰ ਕੁਆਲਿਟੀ ਸਲੀਪ ਆਉਂਦੀ ਹੈ ਕਿ ਨਹੀਂ। ਜੇ ਆਉਂਦੀ ਹੈ ਤਾਂ ਬਹੁਤ ਵਧੀਆ, ਤਾਂ ਇੱਥੇ ਤੁਹਾਨੂੰ ਐਕਸਪੈਰੀਮੈਂਟ ਕਰਨਾ ਪਊਗਾ। ਕੁਆਲਿਟੀ ਆਫ ਸਲੀਪ ਦੀ ਜੇ ਆਪਾਂ ਗੱਲ ਕਰੀਏ ਤਾਂ ਦੂਸਰੀ ਚੀਜ਼ ਹੈ ਇਹਦੇ ਅੰਦਰ ਜਿਹਦੀ ਗੱਲ ਕਰਨੀ ਬਣਦੀ ਹੈ ਉਹ ਤੁਹਾਡੇ ਸਮਾਰਟਫੋਨਸ ਨੇ। ਠੀਕ ਹੈ, ਸਮਾਰਟਫੋਨਸ ਦੀ ਪ੍ਰੋਬਲਮ ਇਹ ਹੁੰਦੀ ਹੈ, ਮੈਂ ਥੋੜ੍ਹਾ ਜਿਹਾ ਤੁਹਾਨੂੰ ਸਾਇੰਟੀਫਿਕਲੀ ਸਮਝਾਊਂਗਾ। ਤਾਂ ਤੁਹਾਡੇ ਬ੍ਰੇਨ ਦਾ ਨਾ ਇੱਕ ਪਾਰਟ ਹੁੰਦਾ ਐਮਿਗਡਲਾ। ਐਮਿਗਡਲਾ ਜਿਹੜਾ ਹੁੰਦਾ ਉਹਦਾ ਕੰਮ ਹੁੰਦਾ ਤੁਹਾਡੀ ਸਲੀਪ ਨੂੰ ਰੈਗੂਲੇਟ ਕਰਨਾ। ਉਹ ਇੱਕ ਤੁਸੀਂ ਇਹ ਕਹਿ ਸਕਦੇ ਵੀ ਸੈਂਸਰ ਹੈ ਜਿਸ ਨੇ ਇਹ ਜੱਜ ਕਰਨਾ ਹੈ ਵੀ ਤੁਹਾਨੂੰ ਕਿੰਨੀ ਸਲੀਪ ਦੀ ਜ਼ਰੂਰਤ ਹੈ, ਉਹ ਕਿੰਨੀ ਗਹਿਰੀ ਹੋਣੀ ਚਾਹੀਦੀ ਹੈ, ਐਂਡ ਐਵਰੀਥਿੰਗ। ਜਦੋਂ ਤੁਸੀਂ ਸਮਾਰਟਫੋਨ ਯੂਜ਼ ਕਰਦੇ ਹੋ ਤਾਂ ਸਮਾਰਟਫੋਨ ਵਿੱਚੋਂ ਰੈੱਡ, ਬਲੂ, ਗ੍ਰੀਨ ਹਰ ਤਰ੍ਹਾਂ ਦੀ ਲਾਈਟ ਤੁਹਾਡੀ ਅੱਖਾਂ 'ਚ ਪੈ ਰਹੀ ਹੁੰਦੀ ਹੈ। ਇਹ ਸਾਇੰਟੀਫਿਕ ਰਿਸਰਚ ਥਰੂ ਸਾਨੂੰ ਪਤਾ ਹੈ ਕਿ ਜਿਹੜੀ ਬਲੂ ਲਾਈਟ ਹੈ, ਖਾਸ ਕਰਕੇ ਜੇ ਤੁਸੀਂ ਹਨੇਰੇ ਵਿੱਚੋਂ ਅਤੇ ਤੁਹਾਡੇ ਅੱਖਾਂ 'ਤੇ ਸਮਾਰਟਫੋਨ ਦੀ ਰੋਸ਼ਨੀ ਪੈ ਰਹੀ ਹੈ, ਬਲੂ ਲਾਈਟ ਜਿਹੜੀ ਹੈ ਉਹ ਸਾਡੇ ਐਮਿਗਡਲਾ ਜਿਹੜਾ ਹੈ ਉਸ ਵਿੱਚ ਇਨਕਨਸਿਸਟੈਂਸੀ ਪੈਦਾ ਕਰਦੀ ਹੈ, ਉਹਦੇ ਅੰਦਰ ਖਰਾਬੀ ਪੈਦਾ ਕਰਦੀ ਹੈ। ਤਾਂ ਜਦੋਂ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਮੋਬਾਈਲ ਫੋਨ ਯੂਜ਼ ਕਰਦੇ ਹੋ ਬਹੁਤ ਜ਼ਿਆਦਾ, ਤਾਂ ਉਹਦੇ ਨਾਲ ਲਗਭਗ ਗੈਰੰਟੀਡ ਹੋ ਜਾਂਦਾ ਓਵਰ ਟਾਈਮ ਹੌਲੀ ਹੌਲੀ ਤੁਹਾਡੀ ਸਲੀਪ ਦੀ ਕੁਆਲਿਟੀ ਘਟੂਗੀ। ਕੁਆਂਟਿਟੀ ਤਾਂ ਓਬਵੀਅਸਲੀ ਘਟਦੀ ਹੈ, ਕੁਆਲਿਟੀ ਵੀ ਘਟਦੀ ਹੈ। ਤਾਂ ਸਲੀਪ ਦੀ ਕੁਆਲਿਟੀ ਜਿਹੜੀ ਹੈ ਉਸ ਨੂੰ ਵਧਾਉਣ ਦਾ ਇਹਦਾ ਮਤਲਬ ਇੱਕ ਹੋਰ ਤਰੀਕਾ ਹੈ ਸੌਣ ਤੋਂ ਪਹਿਲਾਂ ਫੋਨ ਨਾ ਯੂਜ਼ ਕਰਨਾ। ਠੀਕ, ਘੱਟੋ ਘੱਟ 1 ਘੰਟਾ ਪਹਿਲਾਂ ਸੌਣ ਤੋਂ ਤੁਸੀਂ ਫੋਨ ਦੀ ਯੂਜੇਜ ਬਿਲਕੁਲ ਬੰਦ ਕਰ ਦੇਣੀ। ਮੈਂ ਤੁਹਾਨੂੰ ਇਹ ਸੁਜੈਸਟ ਕਰੂੰਗਾ ਕਿ ਕਿਉਂ ਨਾ ਤੁਸੀਂ ਕੋਈ ਬੁੱਕ ਪੜ੍ਹਨਾ ਸਟਾਰਟ ਕਰੋ। ਬੁੱਕ ਪੜ੍ਹਨ ਦਾ ਇੱਕ ਫਾਇਦਾ ਇਹ ਹੁੰਦਾ ਕਿ ਇੱਕ ਤਾਂ ਤੁਸੀਂ ਕੋਈ ਚੰਗਾ ਕੰਮ ਕਰ ਰਹੇ ਹੋ। ਸਮਾਰਟਫੋਨ 'ਤੇ ਜ਼ਿਆਦਾਤਰ ਜੇ ਤੁਸੀਂ ਫੇਸਬੁੱਕ 'ਤੇ ਜਾਂ ਵਟਸਐਪ 'ਤੇ ਟਾਈਮ ਬਿਤਾਉਂਦੇ ਹੋ ਤਾਂ ਤੁਸੀਂ ਕੁਛ ਪ੍ਰੋਡਕਟਿਵ ਯੂਜ਼ ਤਾਂ ਕਰ ਨਹੀਂ ਰਹੇ। ਜੇ ਤੁਸੀਂ ਕੋਈ ਵੀ ਬੁੱਕ ਚੱਕ ਕੇ ਪੜ੍ਹੋਗੇ, ਇੱਕ ਤਾਂ ਤੁਸੀਂ ਉਹਦਾ ਪ੍ਰੋਡਕਟਿਵ ਯੂਜ਼ ਕਰ ਰਹੇ ਹੋਗੇ, ਬਲਕਿ ਇਹਦੇ ਨਾਲ ਨਾਲ ਨੀਂਦ ਲਿਆਉਣ ਦਾ ਇੱਕ ਬਹੁਤ ਵਧੀਆ ਤਰੀਕਾ ਹੁੰਦਾ ਹੈ ਕਿ ਸੌਣ ਤੋਂ ਪਹਿਲਾਂ ਰੀਡਿੰਗ ਕਰਨੀ। ਰੀਡਿੰਗ ਕਰਦੇ 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 ਤੁਸੀਂ ਦੇਖੋਗੇ ਤੁਸੀਂ ਡ੍ਰਿਫਟ ਆਫ ਕਰ ਰਹੇ ਹੋ ਟੂ ਸਲੀਪ, ਜੋ ਇੱਕ ਚੰਗੀ ਚੀਜ਼ ਹੈ। ਹੁਣ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਜਦੋਂ ਤੁਹਾਡੀ ਕੁਆਂਟਿਟੀ ਸਹੀ ਹੋਗੀ ਅਤੇ ਕੁਆਲਿਟੀ ਸਹੀ ਹੋਗੀ ਸਲੀਪ ਦੀ, ਤਾਂ ਐਨਰਜੀ ਲੈਵਲ ਵਧਣਾ ਸ਼ੁਰੂ ਹੋਊਗਾ। ਐਂਡ ਇਹ ਸ਼ੁਰੂਆਤ ਹੋ ਸਕਦੀ ਹੈ ਪ੍ਰੋਕ੍ਰੈਸਟੀਨੇਸ਼ਨ ਨਾਲ, ਜਿਹੜੀ ਸਾਡੀ ਜੰਗ ਹੈ ਉਹਨੂੰ ਜਿੱਤਣ ਦੀ। ਦੂਸਰੀ ਗੱਲ ਆਉਂਦੀ ਹੈ ਡਾਇਟ ਦੀ। ਡਾਇਟ ਦੇ ਅੰਦਰ ਓਬਵੀਅਸਲੀ ਅਨਹੈਲਥੀ ਫੂਡ ਘੱਟ ਖਾਣਾ। ਮੈਂ ਨਹੀਂ ਕਹਿ ਰਿਹਾ ਕਿ ਫਾਸਟ ਫੂਡ ਨਾ ਖਾਓ, ਓਬਵੀਅਸਲੀ ਅੱਜ ਕੱਲ੍ਹ ਦਾ ਜ਼ਮਾਨਾ ਇੱਦਾਂ ਦਾ ਹੈ ਕਿ ਅਸੀਂ ਖਾ ਲੈਂਦੇ ਹਾਂ ਐਂਡ ਮੇ ਬੀ ਰੈਜ਼ਿਸਟ ਕਰਨਾ ਮੁਸ਼ਕਿਲ ਹੈ। ਲੇਕਿਨ ਤੁਸੀਂ ਫਾਸਟ ਫੂਡ ਦੀ ਯੂਜੇਜ ਜਿਹੜੀ ਹੈ ਆਪਣੀ ਬਹੁਤ ਜ਼ਿਆਦਾ ਘਟਾਉਣ ਦੀ ਕੋਸ਼ਿਸ਼ ਕਰੋ, ਅਤੇ ਹੈਲਥੀ ਫੂਡ ਜਿਹੜਾ ਆਪਣੀ ਮੀਲ ਦੇ ਅੰਦਰ ਇੰਟਰੋਡਿਊਸ ਕਰਨ ਦੀ ਕੋਸ਼ਿਸ਼ ਕਰੋ। ਹੈਲਥੀ ਫੂਡ ਦੇ ਅੰਦਰ ਤੁਹਾਡੇ ਸੈਲਡਸ ਆ ਜਾਂਦੇ ਆ, ਆਮ ਜਿਹੜਾ ਆਪਾਂ ਖਾਣਾ ਖਾਂਦੇ ਹਾਂ ਰੋਟੀਆਂ ਵਗੈਰਾ, ਸਬਜ਼ੀ ਦਾਲ, ਉਹ ਜ਼ਿਆਦਾ ਖਾਓ। ਜਦੋਂ ਤੁਸੀਂ ਇਹ ਚੇਂਜ ਆਪਣੇ ਅੰਦਰ ਲਿਆਓਗੇ ਤੁਹਾਨੂੰ ਹੈਰਾਨੀ ਹੋਊਗੀ ਵਿਦਿਨ 3 ਡੇਜ਼ ਤੁਹਾਡਾ ਐਨਰਜੀ ਲੈਵਲ ਸ਼ਿਫਟ ਹੋਣਾ ਸ਼ੁਰੂ ਹੋ ਜਾਊਗਾ। ਤਾਂ ਇਹ ਸੀ ਡਾਇਟ ਦੀ ਗੱਲ। ਫਾਈਨਲੀ ਗੱਲ ਆਉਂਦੀ ਹੈ ਫਿਜ਼ੀਕਲ ਐਕਟੀਵਿਟੀ ਦੀ। ਪਹਿਲੀ ਚੀਜ਼ ਤਾਂ ਇਹ ਹੈ ਕਿ ਜੇ ਤੁਸੀਂ ਬਾਈ ਪੇਸ਼ੇ ਟੀਚਰ ਹੋ ਜਾਂ ਕੋਈ ਤੁਹਾਡਾ ਇੱਦਾਂ ਦਾ ਪੇਸ਼ਾ ਹੈ ਕਿ ਜਿੱਥੇ ਤੁਹਾਨੂੰ ਬੈਠ ਕੇ ਕੰਮ ਕਰਨਾ ਪੈਂਦਾ, ਤਾਂ ਤੁਹਾਨੂੰ ਮੌਕੇ ਤਲਾਸ਼ਣੇ ਚਾਹੀਦੇ ਤੁਰਨ ਦੇ। ਫੋਰ ਐਗਜ਼ਾਮਪਲ ਲਿਫਟ 'ਤੇ ਚੜ੍ਹਨ ਦੀ ਬਜਾਏ ਤੁਰ ਕੇ ਜਾਓ, ਥੋੜ੍ਹਾ ਮੇ ਬੀ ਪੌੜੀਆਂ ਚੜ੍ਹ ਕੇ ਜਾਓ। ਜੇ ਕੋਈ ਕੰਮ ਬੈਠਣ ਦੀ ਬਜਾਏ ਖੜ੍ਹ ਕੇ ਹੋ ਸਕਦਾ ਤਾਂ ਕਿਉਂ ਨਾ ਖੜ੍ਹ ਕੇ ਕੀਤਾ ਜਾਵੇ। ਜੇ ਤੁਸੀਂ ਤੁਰ ਕੇ ਪੜ੍ਹਾ ਸਕਦੇ ਹੋ ਤਾਂ ਕਿਉਂ ਨਾ ਤੁਰ ਕੇ ਪੜ੍ਹਾਇਆ ਜਾਵੇ।
ਤਾਂ ਇੱਕ ਤਾਂ ਤੁਸੀਂ ਇਹ ਚੀਜ਼ ਕਰ ਸਕਦੇ ਹੋ। ਦੂਜਾ ਤੁਸੀਂ ਆਪਣੀ ਕੋਈ ਨਾ ਕੋਈ ਐਕਸਰਸਾਈਜ਼ ਰੂਟੀਨ ਆਪਣੀ ਲਾਈਫ 'ਚ ਲਿਆਉਣ ਦੀ ਕੋਸ਼ਿਸ਼ ਕਰੋ। ਇਹ ਅੱਧੇ ਘੰਟੇ ਜਾਂ ਘੰਟੇ ਦੀ ਮਾਰਨਿੰਗ ਵਾਕ ਵੀ ਹੋ ਸਕਦੀ ਹੈ, ਇਹ ਜਿਮ ਜਾਣਾ ਵੀ ਹੋ ਸਕਦਾ, ਕੁਝ ਵੀ ਹੋ ਸਕਦਾ। ਤੁਹਾਨੂੰ ਅੱਧੇ ਘੰਟੇ ਤੋਂ ਵੀ ਸ਼ੁਰੂ ਕਰਨ ਦੀ ਜ਼ਰੂਰਤ ਨਹੀਂ ਹੈ, 5-10 ਮਿੰਟ ਬਸ ਇੱਕ ਵਾਰੀ ਸਟਾਰਟ ਕਰੋ। ਜਦੋਂ ਤੁਸੀਂ ਇੱਕ ਵਾਰੀ ਸਟਾਰਟ ਕਰ ਲਓਗੇ ਤਾਂ ਬੇਸਿਕਲੀ ਜਦੋਂ ਤੁਸੀਂ ਫਿਜ਼ੀਕਲ ਐਕਟੀਵਿਟੀ ਸਟਾਰਟ ਕਰ ਦਿੰਦੇ ਹੋ ਨਾ, ਤਾਂ ਬਾਡੀ ਨੂੰ ਤੁਸੀਂ ਇੱਕ ਤਰੀਕੇ ਨਾਲ ਇੱਕ ਸੰਕੇਤ ਦੇ ਰਹੇ ਹੁੰਦੇ ਹੋ, ਇੱਕ ਮੈਸੇਜ ਭੇਜ ਰਹੇ ਹੁੰਦੇ ਹੋ ਕਿ ਹੁਣ ਮੈਂ ਖੇਚਲ ਕਰਨੀ ਸ਼ੁਰੂ ਕੀਤੀ ਹੈ ਅਤੇ ਮੇਰੇ ਸਰੀਰ ਨੂੰ ਐਨਰਜੀ ਦੀ ਜ਼ਰੂਰਤ ਹੈ। ਤਾਂ ਤੁਹਾਡੀ ਜਿਹੜੀ ਬਾਡੀ ਹੈ ਫਿਰ ਉਹ ਸਪਲਾਈ ਕਰਨਾ ਸ਼ੁਰੂ ਕਰ ਦਿੰਦੀ ਹੈ। ਇਹ ਬਿਲਕੁਲ ਉਹੀ ਚੀਜ਼ ਹੁੰਦੀ ਹੈ ਕਿ ਜਿਹੜਾ ਮਸਲ ਤੁਸੀਂ ਯੂਜ਼ ਕਰੋਗੇ ਉਹ ਮਸਲ ਤਗੜਾ ਹੋ ਜਾਂਦਾ, ਅਤੇ ਨਹੀਂ ਕਰੋਗੇ ਤਾਂ ਉਹ ਬਿਲਕੁਲ ਸੁੱਕ ਜਾਂਦਾ। ਅਤੇ ਇਹੀ ਚੀਜ਼ ਸਾਡੀ ਐਨਰਜੀ ਲੈਵਲ ਨਾਲ ਹੁੰਦੀ ਹੈ। ਜਦੋਂ ਤੁਸੀਂ ਆਪਣੀ ਐਨਰਜੀ ਨੂੰ ਖਪਾਉਣਾ ਸ਼ੁਰੂ ਕਰਦੇ ਹੋ ਤਾਂ ਐਨਰਜੀ ਬਣਨੀ ਸ਼ੁਰੂ ਹੁੰਦੀ ਹੈ, ਐਂਡ ਜਦੋਂ ਤੱਕ ਤੁਸੀਂ ਉਹਨੂੰ ਖਪਾਓਗੇ ਨਹੀਂ ਤਾਂ ਐਨਰਜੀ ਸਰੀਰ ਬਣਾਊਗਾ ਨਹੀਂ। ਤਾਂ ਸਲੀਪ, ਡਾਇਟ ਅਤੇ ਫਿਜ਼ੀਕਲ ਐਕਟੀਵਿਟੀ। ਸਟਰੈਸ ਨੂੰ ਮੈਂ ਇੱਥੇ ਕਵਰ ਨਹੀਂ ਕਰਨਾ ਚਾਹੂੰਗਾ ਕਿਉਂਕਿ ਜਦੋਂ ਅਸੀਂ ਡੂੰਘੀਆਂ ਲੇਅਰਸ ਵਿੱਚ ਜਾਵਾਂਗੇ, ਖਾਸ ਕਰਕੇ ਇਮੋਸ਼ਨਲ ਲੇਅਰ 'ਚ, ਉੱਥੇ ਸਟਰੈਸ ਦਾ ਜ਼ਿਕਰ ਆਉਣਾ ਹੈ ਅਤੇ ਉੱਥੇ ਆਪਾਂ ਖੁੱਲ੍ਹ ਕੇ ਇਹਦੀ ਗੱਲ ਕਰਾਂਗੇ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ, ਜੇ ਤੁਹਾਡੀ ਸਲੀਪ ਥੋੜ੍ਹੀ ਜਿਹੀ ਸੁਧਰ ਜੇ, ਠੀਕ ਹੈ, ਤੁਹਾਡੀ ਡਾਇਟ ਸੁਧਰ ਜੇ, ਥੋੜ੍ਹੀ ਜਿਹੀ ਤੁਸੀਂ ਫਿਜ਼ੀਕਲ ਐਕਟੀਵਿਟੀ ਸਟਾਰਟ ਕਰ ਲਓ ਹਲਕੀ ਫੁਲਕੀ, ਤਾਂ ਤੁਹਾਡੇ ਅੰਦਰ ਐਨਰਜੀ ਲੈਵਲ ਜਿਹੜਾ ਤੁਹਾਡਾ ਉਹ ਬੈਟਰ ਰਹਿਣਾ ਸ਼ੁਰੂ ਹੋ ਜਾਊਗਾ। ਪ੍ਰੋਕਰੈਸਟੀਨੇਸ਼ਨ ਦੀ ਸਮੱਸਿਆ ਜਿਹੜੀ ਹੈ ਥੋੜ੍ਹੀ ਘਟਣੀ ਸ਼ੁਰੂ ਹੋ ਜਾਊਗੀ। ਇਹ ਜਿਹੜਾ ਹੱਲ ਮੈਂ ਤੁਹਾਨੂੰ ਹਾਲੇ ਤੱਕ ਦੱਸਿਆ, ਤੁਸੀਂ ਇਹ ਮੰਨ ਸਕਦੇ ਹੋ 10-20% ਹੱਲ ਇੱਥੋਂ ਨਿਕਲਦਾ, ਸਿਰਫ 10-20%, ਲੇਕਿਨ ਉਹ ਸ਼ੁਰੂਆਤ ਲਈ ਬਹੁਤ ਜ਼ਰੂਰੀ ਹੈ। ਇਹ ਸਭ ਤੋਂ ਸਿੰਪਲ ਹੱਲ ਹੈ, ਐਂਡ ਇਹ ਚੀਜ਼ਾਂ ਜੋ ਫਿਜ਼ੀਕਲੀ ਤੁਸੀਂ ਕਰਨੀਆਂ, ਇਸ ਕਰਕੇ ਇਟਸ ਅ ਸਟ੍ਰੇਟ ਫਾਰਵਰਡ ਸੋਲਿਊਸ਼ਨ। ਐਂਡ 10-20% ਵੀ ਜੇ ਤੁਹਾਨੂੰ ਸੁਧਾਰ ਦਿਖਦਾ ਤਾਂ ਉਹਦੇ ਨਾਲ ਤੁਹਾਡਾ ਹੌਸਲਾ ਵੱਧਦਾ, ਤੁਹਾਡੀ ਮੋਟੀਵੇਸ਼ਨ ਵੱਧਦੀ ਹੈ ਟੂ ਸਟੇ ਔਨ ਦਾ ਪਾਥ। ਤਾਂ ਇਸ ਕਰਕੇ ਆਪਾਂ ਸ਼ੁਰੂਆਤ ਇੱਥੋਂ ਹੀ ਕਰਦੇ ਹਾਂ। ਇਹ ਸਭ ਤੋਂ ਉੱਪਰ ਵਾਲੀ ਲੇਅਰ ਹੈ। ਇਸ ਤੋਂ ਬਾਅਦ ਡੂੰਘੀਆਂ ਲੇਅਰਸ ਆਉਣਗੀਆਂ, ਜਿਨ੍ਹਾਂ ਦੀ ਗੱਲ ਜਦੋਂ ਮੈਂ ਕਰੂੰਗਾ ਤਾਂ ਤੁਹਾਨੂੰ ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਵੀ ਪਤਾ ਲੱਗਣਗੀਆਂ ਜੋ ਤੁਹਾਨੂੰ ਸ਼ਾਇਦ ਪਹਿਲਾਂ ਨਹੀਂ ਸੀ ਪਤਾ, ਠੀਕ ਹੈ। ਇਸ ਤੋਂ ਬਾਅਦ ਵਾਲਾ ਡਿਸਕਸ਼ਨ ਬਹੁਤ ਇੰਟਰਸਟਿੰਗ ਰਹਿਣ ਵਾਲਾ। ਅੱਜ ਵਾਲਾ ਡਿਸਕਸ਼ਨ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ, ਇਹ ਬੜਾ ਕਾਮਨ ਸੈਂਸ ਦਾ ਡਿਸਕਸ਼ਨ ਸੀ। ਬਹੁਤ ਸਾਰੀਆਂ ਚੀਜ਼ਾਂ ਇੱਥੇ ਇੱਦਾਂ ਦੀ ਸੀ, ਤੁਸੀਂ ਖੁਦ ਵੀ ਫਿਗਰ ਆਊਟ ਕਰ ਸਕਦੇ ਸੀਗੇ। ਤਾਂ ਮੈਨੂੰ ਲੱਗਦਾ ਕਿ ਜਿੰਨੀਆਂ ਗੱਲਾਂ ਮੈਂ ਇਸ ਵੀਡੀਓ 'ਚ ਤੁਹਾਡੇ ਨਾਲ ਕਰਨਾ ਚਾਹੁੰਦਾ ਸੀ ਉਹ ਹੋ ਗਈਆਂ ਨੇ, ਐਂਡ ਕੋਸ਼ਿਸ਼ ਕਰੂੰਗਾ ਕੱਲ੍ਹ ਹੀ ਅਗਲੀ ਲੇਅਰ ਦੀ ਵੀਡੀਓ ਬਣਾਵਾਂ, ਵਿਚ ਇਜ਼ ਡਿਸੀਜਨ ਮੇਕਿੰਗ ਜਾਂ ਥਾਟ ਦੇ ਲੈਵਲ 'ਤੇ ਪ੍ਰੋਕਰੈਸਟੀਨੇਸ਼ਨ ਕਿੱਦਾਂ ਪੈਦਾ ਹੁੰਦੀ ਹੈ, ਉਸ ਲੈਵਲ 'ਤੇ ਸਾਨੂੰ ਕੀ ਗੱਲਾਂ ਸਮਝਣ ਦੀ ਜ਼ਰੂਰਤ ਹੈ ਅਤੇ ਕੀ ਗੱਲਾਂ ਬਦਲਣ ਦੀ ਜ਼ਰੂਰਤ ਹੈ। ਅੱਜ ਦੀ ਵੀਡੀਓ 'ਚ ਮੇਰੇ ਨਾਲ ਬਣੇ ਰਹਿਣ ਲਈ ਧੰਨਵਾਦ। ਮਿਲਦੇ ਹਾਂ ਅਗਲੀ ਵੀਡੀਓ 'ਚ।